सो गुड मॉर्निंग स्टूडेंट्स। बच्चे ਆਪਾਂ ਕਰ ਰਹੇ ਸੀ ਸਟੇਟਸ ਆਫ ਮੈਟਰ ਐਂਡ ਵਿਦਿਨ ਦ ਲਾਸਟ ਟੂ ਲੈਕਚਰਸ ਆਪਾਂ ਨੇ ਕੀਤੀ ਹੈ ਕਾਈਨੈਟਿਕ ਮੋਲੀਕੂਲਰ ਥਿਊਰੀ ਆਫ ਗੈਸਸ ਐਂਡ ਕੱਲ ਆਪਾਂ ਨੇ ਕਵਰ ਕੀਤੀਆਂ ਸੀ ਡਿਫਰੈਂਟ ਟਾਈਪਸ ਆਫ ਮੋਲੀਕੂਲਰ ਸਪੀਡਸ ਐਂਡ ਮੈਕਸਵੈਲ ਬੋਲਜ਼ਮੈਨਸ ਡਿਸਟ੍ਰੀਬਿਊਸ਼ਨ ਕਰਵ। ਠੀਕ ਹੈ, ਜਿਵੇਂ ਮੈਂ ਤੁਹਾਨੂੰ ਕੱਲ ਕਿਹਾ ਸੀ ਬੱਚੇ ਦ ਲੈਕਚਰ ਇਜ਼ ਵੈਰੀ 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 ਇੰਪੋਰਟੈਂਟ। ਆਪਾਂ ਨੂੰ ਮੋਲੀਕੂਲਰ ਸਪੀਡਸ ਤੇ ਕਾਈਨੈਟਿਕ એનર્ਜੀ ਦੇ ਵਿੱਚੋਂ ਕੋਈ ਨਾ ਕੋਈ ਕੁਐਸਚਨਸ ਜ਼ਰੂਰ ਆਉਂਦੇ ਨੇ, ਚਾਹੇ ਥਿਊਰੀ ਐਗਜ਼ਾਮ ਹੈ ਚਾਹੇ ਕੋਈ ਕੰਪੀਟੀਟਿਵ ਐਗਜ਼ਾਮ ਹੈ। ठीक है ना, आज बच्चे आपने कवर करने हैं न्यूमेरिकल्स रिलेटेड टू काइनेटिक मॉलिक्यूलर थ्योरी एंड मॉलिक्यूलर स्पीड्स। जो अपनी टेक्स्ट बुक है बच्चे मैं उसदे विच देखिया कि उसदे विच क्वेश्चंस जिहड़े हैगे ने थोड़े जे लाइक मतलब जंबल्ड फॉर्म्स दिते हुए है, तो मैं तुहानूं किसी होर बुक चों क्वेश्चंस करवा रहा है रिलेटेड टू दीज टू टॉपिक्स। ਤੇ ਉਸੇ ਬੁੱਕ ਚੋਂ ਮੈਂ ਤੁਹਾਨੂੰ ਇਹਨਾਂ ਦੀਆਂ ਪਿਕਸ ਭੇਜ ਦੂੰਗਾ ਐਗਜ਼ਾਮਪਲਸ ਦੀਆਂ ਵੀ, ਜਿਹੜੇ ਮੈਂ ਸੋਲਵ ਕਰਵਾਉਂਗਾ ਤੇ ਜਿਹੜੇ ਕੁਐਸਚਨਸ ਤੁਸੀਂ ਕਰਨੇ ਆ। ਠੀਕ ਹੈ ਨਾ, ਸੋ ਤੁਹਾਨੂੰ ਅਲੱਗ ਤੋਂ ਕੁਐਸਚਨਸ ਨੂੰ ਜੋਟ ਡਾਊਨ ਕਰਨ ਦੀ ਜ਼ਰੂਰਤ ਨਹੀਂ, ਬਟ ਜਿਹੜਾ ਮੈਂ ਤੁਹਾਨੂੰ ਹੋਮਵਰਕ ਭੇਜ ਰਿਹਾ, ਠੀਕ ਹੈ ਨਾ, ਜਿੱਥੇ ਜਿੱਥੇ ਕੁਐਸਚਨਸ ਨੂੰ ਸੋਲਵ ਕਰੋਗੇ ਉੱਥੇ ਬੱਚੇ ਨਾਲ ਕੁਐਸਚਨ ਜ਼ਰੂਰ ਨੋਟ ਕਰ ਲਿਓ, ਜਾਂ ਫਿਰ ਇੰਨੇ ਕੁ ਪੋਰਸ਼ਨ ਦਾ ਇੱਕ ਪ੍ਰਿੰਟ ਆਊਟ ਲੈ ਕੇ ਆਪਣੀ ਬੁੱਕ 'ਚ ਪੇਸਟ ਕਰ ਲਿਓ। ਠੀਕ ਹੈ ਨਾ, ਤਾਂ ਕਿ ਆਪਣੇ ਕੋਲ ਕੁਐਸਚਨਸ ਦੇ ਡਾਟਾ 'ਚ ਰਹਿਣ। ਫੋਨ ਦੇ ਵਿੱਚੋਂ ਤਾਂ ਬੱਚੇ ਬਾਅਦ ਵਿੱਚ ਡਿਲੀਟ ਹੋ ਜਾਊਗਾ ਮੈਟਰ। ठीक है, so we shall start off the numericals now. So have a look at example number 40 बच्चे 4040 and the question says calculate the kinetic energy of 2 grams of oxygen. Calculate the kinetic energy of 2 grams of oxygen at minus 23 degree centigrade. So देखो बच्चे ਆਪਾਂ ਨੂੰ example number 40 ਦੇ ਵਿੱਚ ਕਿਹਾ ਗਿਆ ਹੈ ਕਿ calculate the kinetic energy of 2 grams of oxygen at a temperature of minus 23. So this is minus 23 degree centigrade. ਇਸ ਦੇ ਵਿੱਚ ਆਪਾਂ 273 ਐਡ ਕਰ ਦਾਂਗੇ ਤਾਂ ਕੈਲਵਿਨ ਚ ਕਿੰਨਾ ਹੋ ਜਾਊਗਾ ਟੈਂਪਰੇਚਰ 250 ਕੈਲਵਿਨ। ਠੀਕ ਹੈ, ਸੋ ਇੰਨਾ ਡਾਟਾ ਦੇਖੋ ਬੱਚੇ ਆਪਾਂ ਨੂੰ ਗਿਵਨ ਹੈ। मास ऑफ ऑक्सीजन गिवन है, ਆਪਾਂ ਨੂੰ ਟੈਂਪਰੇਚਰ ਗਿਵਨ ਹੈ ਤੇ ਆਪਾਂ ਨੂੰ ਕਾਈਨੈਟਿਕ એનર્ਜੀ ਪੁੱਛੀ ਗਈ ਹੈ ਬੱਚੇ। ਠੀਕ ਹੈ ਨਾ, ਸੋ ਇਸ ਡਾਟਾ ਤੋਂ ਪਹਿਲਾਂ ਮੈਂ ਨੰਬਰ ਆਫ ਮੋਲਸ ਕੈਲਕੂਲੇਟ ਕਰ ਲੂੰਗਾ। ਤਾਂ ਨੰਬਰ ਆਫ ਮੋਲਸ ਕੀ ਹੁੰਦੇ ਨੇ, ਗਿਵਨ ਮਾਸ ਅਪਨ ਮੋਲੀਕੂਲਰ ਮਾਸ। ਸੋ ਆਪਾਂ ਨੂੰ ਕਿੰਨਾ ਮਾਸ ਗਿਵਨ ਹੈ ਆਕਸੀਜਨ ਦਾ 2, ਮੋਲੀਕੂਲਰ ਮਾਸ ਕਿੰਨਾ ਹੁੰਦਾ ਬੱਚੇ 32। ਸੋ ਕਿੰਨੇ ਮੋਲਸ ਆ ਗਏ ਆਪਣੇ ਕੋਲ 1/16। ਠੀਕ ਹੈ, so this is the number of moles of oxygen। ਹੁਣ ਆਪਾਂ kinetic energy ਦਾ ਫਾਰਮੂਲਾ ਲਗਾ ਰਹੇ ਹਾਂ। ਸੋ ਦੇਖੋ kinetic energy is equal to 3/2 nRT। ਸੋ ਕੱਲ ਇਹੀ ਕੀਤਾ ਸੀ ਆਪਾਂ ਨੇ ਫਾਰਮੂਲਾ। ਠੀਕ ਹੈ, ਸੋ ਮੈਂ ਵੈਲਿਊਜ਼ ਪੁੱਟ ਕਰ ਰਹੇ ਹਾਂ ਬੱਚੇ 3/2। ਹਾਂਜੀ, ਨੰਬਰ ਆਫ ਮੋਲਸ ਆਪਾਂ ਨੇ ਕੈਲਕੂਲੇਟ ਕਰ ਲਏ 1/16। हाँ जी बच्चे R ਦੀ ਵੈਲਿਊ ਆਪਾਂ ਇੱਥੇ ਕਿੰਨੀ ਪੁੱਟ ਕਰਾਂਗੇ, એનર્ਜੀ ਦੇ ਯੂਨਿਟਸ ਕੀ ਹੁੰਦੇ ਨੇ ਜੂਲਸ, SI ਯੂਨਿਟਸ। ਤਾਂ R ਦੀ ਵੈਲਿਊ ਜਦੋਂ ਆਪਾਂ SI ਯੂਨਿਟਸ ਯੂਜ਼ ਕਰਦੇ ਹਾਂ R ਦੀ ਵੈਲਿਊ ਹੁੰਦੀ ਹੈ 8.314। ਟੈਂਪਰੇਚਰ ਕਿੰਨਾ ਲਵਾਂਗੇ ਬੱਚੇ, ਆਪਾਂ ਨੂੰ ਗਿਵਨ ਹੈ 250। ਸੋ ਇਸ ਨੂੰ ਆਪਾਂ ਈਜ਼ੀਲੀ ਸੋਲਵ ਕਰ ਸਕਦੇ ਹਾਂ ਕਿ ਨਹੀਂ। ਸੋ ਇਸ ਨੂੰ ਸੋਲਵ ਕਰਕੇ ਜਿੰਨਾ ਵੀ ਆਨਸਰ ਆ ਗਿਆ that is your kinetic energy in joules। ਕੈਲਕੂਲੇਸ਼ਨਸ ਤੁਸੀਂ ਖੁਦ ਕਰ ਸਕਦੇ ਹੋ। क्लियर, आई होप दिस इज इजी। ठीक है, सो ਆਪਾਂ ਨੂੰ ਮਾਸ ਆਫ ਆਕਸੀਜਨ ਗਿਵਨ ਸੀਗਾ, ਟੈਂਪਰੇਚਰ ਗਿਵਨ ਸੀ ਤੇ ਆਪਾਂ ਨੂੰ ਪਤਾ ਹੈ ਕਿ ਕਾਈਨੈਟਿਕ એનર્ਜੀ ਦਾ ਫਾਰਮੂਲਾ ਇਜ਼ 3/2 nRT। n ਕੀ ਹੈ ਨੰਬਰ ਆਫ ਮੋਲਸ, ਨੰਬਰ ਆਫ ਮੋਲਸ ਮੈਂ ਕੈਲਕੂਲੇਟ ਕਰ ਲੇ ਗਿਵਨ ਮਾਸ ਅਪਨ ਮੋਲਰ ਮਾਸ। ਇਸ ਨੂੰ ਸੋਲਵ ਕਰਕੇ ਆਪਣੇ ਕੋਲ ਕਾਈਨੈਟਿਕ એનર્ਜੀ ਕੈਲਕੂਲੇਟ ਹੋਗੀ। ਡਨ। ਠੀਕ ਹੈ, ਸੋ ਨਾਓ ਹੈਵ ਅ ਲੁੱਕ ਐਟ क्वेश्चन नंबर 41 बच्चे। सो क्वेश्चन नंबर 41 देखो, मतलब एग्जांपल नंबर 41 सॉरी, कैलकुलेट द टोटल एंड एवरेज काइनेटिक एनर्जी ऑफ 32 grams of methane molecules at 27 डिग्री सेंटीग्रेड। ठीक है, सो देखो क्वेश्चन जो की कह रहे हैं, so I'm solving example number 41।
सो देखो बच्चे वो कह रहे हैं ਆਪਾਂ ਨੂੰ कैलकुलेट द टोटल काइनेटिक एनर्जी एंड एवरेज काइनेटिक एनर्जी of 32 grams of methane molecules. So given mass कितना है अपन ਨੂੰ 32 grams किस दे methane दे at a temperature of 27 degree centigrade. So temperature कितना given है बच्चे अपन ਨੂੰ 27 degrees. Fine, clear. ਹੁਣ देखो बच्चे again अपन number of moles calculate करांगे. कितने moles आ गए अपने कोल? So given mass upon molar mass, given mass है क्या बच्चे अपने कोल 32, ठीक है, upon molar mass 16. So अपने कोल number of moles of methane आ गए 2. ਹੁਣ बच्चे पहला अपन को ये पता होना चाहिए है कि what do you mean by total kinetic energy and average kinetic energy. देखो total kinetic energy का होगी 3/2 nRT कि जितना भी अपने कोल सैंपल है आप उसकी total energy कैलकुलेट करनी है. What do you mean by average kinetic energy? Average kinetic energy होती है kinetic energy of one molecule, एक single molecule की. देखो हुन ਇਹਦੇ ਕੋਲ 2 moles ने ਤਾਂ total molecules कितने हो गए ਇਹਦੇ ਕੋਲੇ 6.02 into 10 raised to power 23 into 2 Avogadro's number into 2, ठीक है. ਤਾਂ ਆਪਾਂ ਨੇ ਇਹਨਾਂ ਸਾਰੇ molecules ਦੀ kinetic energy total calculate करनी है ਤੇ ਇੱਕ single molecule ਦੀ kinetic energy calculate करनी है. So देखो सो पहला ਆਪਾਂ टोटल कैलकुलेट करते हैं. सो टोटल काइनेटिक एनर्जी इज इक्वल टू, सो जो अपन ने नॉर्मल फार्मूला है 3/2 nRT, ठीक है. सो अपन 3/2 n की वैल्यू कितनी आई है 2, r कितना सी 8.314 इनटू टेंपरेचर कितना बचे 27 डिग्री सेंटीग्रेड. सो 27 डिग्री सेंटीग्रेड ਦੇ ਵਿੱਚ 273 ऐड कर दो, कितने केल्विन्स हो गए 300 केल्विन. सो ये 300 मैं इथे पुट करता. सो ये मेरी टोटल काइनेटिक एनर्जी कैलकुलेट होगी. हो जाएगा ना, 2 नाल 2 कट जाएगा, 3 नाल मल्टीप्लाई करके 900 into 8.314 अपनी टोटल काइनेटिक एनर्जी कैलकुलेट होगी. हुन आपां ने कैलकुलेट करनी है एवरेज काइनेटिक एनर्जी, ठीक है. ते एवरेज काइनेटिक एनर्जी की हुंदी है बच्चे एक मॉलिक्यूल दी काइनेटिक एनर्जी. ते एक मॉलिक्यूल दी काइनेटिक एनर्जी आपां किवें कैलकुलेट करदे सी, फार्मूला की सीगा देखो देखो हुन ध्यान नाल देखो 3/2 मैं जस्ट पहला सुन एक बार एक्सप्लेन कर रहे हैं, दोबारा ध्यान नाल सुन लो, बाद में मैं इरेज कर दूंगा. सो देखो 3/2 nRT कितने मोल्स दी है टोटल 2 मोल्स दी, जितनी भी वैल्यू है n मोल्स दी है ना. एक मोल दी कितनी आ जाएगी 3/2 RT, n दी वैल्यू 1 आ गई. हुन एक मोल च मॉलिक्यूल्स कितने हुंदे ने एवोगैड्रोस नंबर 6.02 into 10 raised to power 23. सो मैं इसको डिवाइड करता बाय 6.02 into 10 दी पावर 23. तो मेरे को की आ गई बच्चे ये एवरेज काइनेटिक एनर्जी ऑफ अ सिंगल मॉलिक्यूल. सो हुन मैं वैल्यूज पुट कर दूंगा 3/2 into 8.314 into 300 divide by 6.02 into 10 raised to power 23. सो इसको सॉल्व करके जितना भी आंसर मेरे को आ गया दैट इज माय एवरेज काइनेटिक एनर्जी. क्लियर, दैट इज माय एवरेज काइनेटिक एनर्जी, ठीक है. इसको सॉल्व करने का अपने को एक और तरीका भी है. देखो लो देखो आ वैल्यू तो फिक्स ही रहूगी ना हमेशा. आर कांस्टेंट है, देखो टेंपरेचर तो बदलूगा, आर कांस्टेंट है कितना 8.314, एवोगैड्रोस नंबर भी कांस्टेंट है, इनको पहले ही डिवाइड करके रख लो. देखो 8.314 अपॉन 6 कितना आ गया 6 1 जा 6 पॉइंट, सो इथे आ गया 2 2 23, सो 3s are 18 5 1 8s are 48
30 सो 1.385 सो देखो राजे इन्ना तुसी नोट कर लिया ना हुण एक बार सुनो मैं तुहानूं अगे की दस्सिया सी कि r ਨੂੰ एवोगैड्रोस ਨਾਲ डिवाइड करके अपने कोले फार्मूला की बन जांदा हुंदा है 3/2 kT ਤੇ k ਨੂੰ ਆਪਾਂ ਨੇ ਕੀ ਕਿਹਾ ਸੀ ਬੋਲਟਜ਼ਮੈਨਸ ਕਾਂਸਟੈਂਟ ਤੇ ਬੋਲਟਜ਼ਮੈਨਸ ਕਾਂਸਟੈਂਟ kT ਕਿਹਦੇ ਬਰਾਬਰ ਹੁੰਦਾ ਹੈ r अपॉन एवोगैड्रोस नंबर ठीक है तो मैं ਇਹਦੀ ਵੈਲਿਊ ਯਾਦ ਕਰ ਲੈਣਾ ਹੈ ਕਿੰਨੀ ਵੈਲਿਊ ਆ ਗਈ ਇਸ ਦੀ 1.385 into 10 ਦੀ ਪਾਵਰ -23 समझ गए सो ਹੁਣ मैं डायरेक्टली भी पुट कर सकता हूं देखो 3/2 into 1.385 into 10 ਦੀ ਪਾਵਰ -23 k ਦੀ ਵੈਲਿਊ ਪੁੱਟ ਕਰਤੀ into टेंपरेचर कितना है 300 सो जेड़ा अपना 8.314 डिवाइड बाय 6.023 into 10 raised to power 23 है मैं ਉਹਦੀ ਵੈਲਿਊ ਹੀ ਲਰਨ ਕਰ ਲਈ ठीक है एक k ਦੀ ਵੈਲਿਊ ਆ ਗਈ ਬੋਲਟਜ਼ਮੈਨਸ ਕਾਂਸਟੈਂਟ ਦੀ ਇਹਨੂੰ ਡਾਇਰੈਕਟਲੀ ਪੁੱਟ ਕਰੋਗੇ ਤਾਂ ਇੰਨਾ ਆਨਸਰ ਆ ਗਿਆ ਸੋ ਜੇ ਟੋਟਲ ਕਾਈਨੈਟਿਕ એનર્ਜੀ ਕੈਲਕੂਲੇਟ ਕਰਨੀ ਹੈ ਤਾਂ 3/2 nRT जे 1 मोल दी कैलकुलेट करनी है 3/2 RT और अगर एक मॉलिक्यूल दी कैलकुलेट करनी है तो 3/2 kT ठीक है सो जेड़ा मर्जी क्वेश्चन आ जाए अपन नु ਆਪਾਂ ਉਸੇ ਹਿਸਾਬ ਨਾਲ क्वेश्चन ਨੂੰ सॉल्व कर सकते हैं बच्चे ठीक है ना डन सो नाउ लेट्स मूव ऑन टू द नेक्स्ट क्वेश्चन एग्जांपल नंबर 42 देखो एग्जांपल नंबर 42 says a gas consists of 4 molecules with a velocity 5 meters per second, 10 molecules with a velocity 3 meters per second, and 6 molecules with velocity 6 meters per second. Calculate their average velocity, root mean square velocity, and most probable velocity. So अपन ने कल 3 टाइप दियां velocities कीतियां सी, उन्हां दे formulas कीते सी, ठीक है? ते हुण अपन ने वो calculate करनी है, ठीक है राजे? So देखो ਆਪਾਂ ਨੂੰ ਉਹਨਾਂ ਨੇ ਕੀ ਕਿਹਾ ਕਿ ਆਪਣੇ ਕੋਲ 4 ਮੋਲੀਕਿਊਲਸ ਨੇ ਜਿਨ੍ਹਾਂ ਦੀ ਵੈਲੋਸਿਟੀ 5 ਮੀਟਰਸ ਪਰ ਸੈਕਿੰਡ ਹੈ 10 ਮੋਲੀਕਿਊਲਸ ਹੈ ਜਿਨ੍ਹਾਂ ਦੀ ਵੈਲੋਸਿਟੀ 3 ਮੀਟਰਸ ਪਰ ਸੈਕਿੰਡ ਹੈ 6 ਮੋਲੀਕਿਊਲਸ ਹੈ ਜਿਨ੍ਹਾਂ ਦੀ ਵੈਲੋਸਿਟੀ 6 ਮੀਟਰਸ ਪਰ ਸੈਕਿੰਡ ਹੈ ਤੇ ਆਪਾਂ ਉਹਨਾਂ ਦੀ ਐਵਰੇਜ ਰੂਟ ਮੀਨ ਸਕੁਅਰ ਮੋਸਟ ਪ੍ਰੋਬੇਬਲ ਸਾਰੀਆਂ ਵੈਲੋਸਿਟੀਜ਼ ਕੈਲਕੂਲੇਟ ਕਰਨੀਆਂ ਇੱਕ ਵਾਰ ਮੈਂ ਤੁਹਾਨੂੰ ਉਹਨਾਂ ਦੇ ਫਾਰਮੂਲਾਜ਼ ਰਿਵਾਈਜ਼ ਕਰਵਾਉਣਾ ਹੈ ਇਸ ਕੁਐਸਚਨ ਪੁਆਇੰਟ ਆਫ View ਨਾਲ ਨਹੀਂ ਜਿਹੜੇ ਦੂਸਰੇ ਫਾਰਮੂਲਾਜ਼ ਹੈ ਦੇਖੋ ਤੁਹਾਨੂੰ ਮੈਂ ਕੀ ਕਿਹਾ ਸੀ ਕਿ ਆਪਣੇ ਕੋਲ 3 ਟਾਈਪ ਦੀਆਂ ਵੈਲੋਸਿਟੀਜ਼ ਹੈ ਰੂਟ ਮੀਨ ਸਕੁਅਰ URMS ਐਵਰੇਜ ਵੈਲੋਸਿਟੀ UAV ਮੋਸਟ ਪ੍ਰੋਬੇਬਲ ਵੈਲੋਸਿਟੀ UMV ਠੀਕ ਹੈ ਇਸ ਦਾ ਫਾਰਮੂਲਾ ਕੀ ਸੀ ਰੂਟ 3RT by m ਐਵਰੇਜ ਵੈਲੋਸਿਟੀ ਦਾ ਸੀ ਰੂਟ 8 by pi RT by m and you most probable see root 2 RT by m ਤਾਂ ਆਪਾਂ ਨੂੰ ਫਾਰਮੂਲਾ ਦੇਖ ਕੇ ਕਲੀਅਰਲੀ ਪਤਾ ਲੱਗ ਰਿਹਾ ਇਹਨਾਂ ਚੋਂ ਸਭ ਤੋਂ ਵੱਧ ਵੈਲੋਸਿਟੀ ਕਿਹੜੀ ਹੈ ਹਮੇਸ਼ਾ ਇਹ ਵਾਲੀ ਦੇਖੋ RT by m ਤਿੰਨਾਂ ਚ ਕਾਮਨ ਹੈ ਇੱਥੇ 3 ਹੈ 8 upon 3.14 2 ਤੋਂ ਜ਼ਿਆਦਾ 3 ਤੋਂ ਘੱਟ ਇਹ 2 ਸੋ ਇਹ ਮੈਕਸਿਮਮ ਇਹ ਮੀਡੀਓਕਰ ਇਹ ਮਿਨੀਮਮ ਤੇ ਜੇ ਤਿੰਨਾਂ ਦੀ ਰੇਸ਼ੋ ਕੱਢੋਗੇ u RMS is to U average is to U most probable. So सब तो घट केड़ी है most probable मैंने 1 मान लिया तो A होगी 1.128 A होगी 1.224 ठीक है डन बजे क्लियर नाउ हुण जिहड़ा आपां नूं अज क्वेश्चन है आपां उस क्वेश्चन ते मूव करदे हां ठीक है सो देखो वो ਆਪਾਂ ਨੂੰ ਕਹਿ ਰਹੇ ਨੇ कि we have 4 molecules with velocity 5 meters per second 4 molecules ने so example number 42 we have so n1 ਦੀ ਵੈਲਿਊ ਹੈਗੀ ਹੈ 4 molecules u1 ਦੀ ਵੈਲਿਊ ਹੈਗੀ ਹੈ 5 meters per second अपने कोल there are 10 molecules with velocity 3 meters per second so
n2 ਦੀ ਵੈਲਿਊ ਹੈਗੀ ਹੈ 10 ਤੇ u2 ਦੀ ਵੈਲਿਊ ਹੈਗੀ ਹੈ 3 meters per second clear now there are 6 molecules with velocity 6 meters per second so n3 ਦੀ ਵੈਲਿਊ ਹੈਗੀ ਹੈ 6 ਤੇ u3 ਵੀ ਕਿੰਨਾ ਹੈਗਾ ਬੱਚੇ 6 meters per second done clear ਤਾਂ ਪਹਿਲਾਂ ਆਪਾਂ ਕੈਲਕੂਲੇਟ ਕਰਦੇ ਹਾਂ ਇਹਨਾਂ ਦੀ ਐਵਰੇਜ ਵੈਲੋਸਿਟੀ ਦੇਖੋ ਐਵਰੇਜ ਕੀ ਹੁੰਦੀ ਹੈ ਨਾ ਮੀਨ ਠੀਕ ਹੈ ਵੀ ਟੋਟਲ ਦਾ ਮੀਨ ਐਵਰੇਜ ਕੱਢਣਾ ਆਪਾਂ ਨੇ ਤਾਂ ਐਵਰੇਜ ਵੈਲੋਸਿਟੀ ਦਾ ਆਪਣਾ ਫਾਰਮੂਲਾ ਕੀ ਸੀ u average is equal to n1 u1 plus n2 u2 plus n3 u3 बटा हाँ जी टोटल मॉलिक्यूल्स पॉइंट करते होंगे ना अपन जे सपोज मान के चलो कि ਆਪਾਂ ਤਿੰਨ ਜਣੇ हैं ठीक है ਉਹਨਾਂ ਤਿੰਨ ਜਣਿਆਂ ਚੋਂ ਆਪਾਂ ਨੇ ਐਵਰੇਜ ਮਾਸ ਕੈਲਕੂਲੇਟ ਕਰਨਾ ਹੈ ਸਪੋਜ਼ ਇੱਕ ਜਣੇ ਦਾ ਮਾਸ 40 ਹੈ ਇੱਕ ਦਾ 50 ਇੱਕ ਦਾ 80 ਤਾਂ ਆਪਾਂ ਐਵਰੇਜ ਕਿਵੇਂ ਕੱਢਦੇ ਹੁੰਦੇ ਆ 40 50 80 ਡਿਵਾਈਡ ਬਾਈ 3 ਤਾਂ ਆਪਾਂ ਸਭ ਦੀਆਂ ਵੈਲੋਸਿਟੀਜ਼ ਨੂੰ ਐਡ ਕਰਕੇ ਟੋਟਲ ਨੰਬਰ ਆਫ ਮੋਲੀਕਿਊਲਸ ਦੇ ਨਾਲ ਡਿਵਾਈਡ ਕਰਤਾ ਠੀਕ ਹੈ ਸੋ ਮੈਂ ਵੈਲਿਊਜ਼ ਪੁੱਟ ਕਰ ਰਹੇ ਹਾਂ ਬੱਚੇ हाँ जी n1 into u1 4 into 5 कितना आ गया 20 ਤੁਸੀਂ ਵੈਲਿਊਜ਼ ਪੁੱਟ ਕਰਨੀ ਹੈ ਪਹਿਲਾਂ ਮੈਂ ਡਾਇਰੈਕਟਲੀ ਸੋਲਵ ਕਰ ਰਿਹਾ n2 into u2 10 into 3 is 30 n3 into u3 6 into 6 is 36 upon n1 plus n2 plus n3 so बच्चे n1 कितना 4 4 plus 10 14 14 plus 6 20 done so 50 86 by 20 ठीक है so अपने को एवरेज वेलोसिटी बच्चे कितनी आ गई so 0 कट के 8.6 so 4.3 meters per second is your average velocity clear so अपने एवरेज वेलोसिटी बच्चे कैलकुलेट कर ली ठीक है ਹੁਣ देखो ਦੂਜੀਆਂ ਵੈਲੋਸਿਟੀਜ਼ ਲਈ ਤੁਸੀਂ ਰੇਸ਼ੋ ਵੀ ਲਗਾ ਸਕਦੇ ਹੋ ਜਾਂ ਤੁਸੀਂ ਫਾਰਮੂਲਾ ਵੀ ਲਗਾ ਸਕਦੇ ਹੋ ਮੈਂ ਤੁਹਾਨੂੰ ਦੋਨੋਂ ਵੇਜ਼ ਨਾਲ ਕਰਵਾਉਂਗਾ ਤਾਂ ਕਿ ਆਪਾਂ ਨੂੰ ਐਗਜ਼ਾਮ ਟਾਈਮ ਜਾਂ ਜਿਹੜਾ ਮਰਜ਼ੀ ਫਾਰਮੂਲਾ ਜਿਹੜਾ ਮਰਜ਼ੀ ਵੇ ਈਜ਼ੀ ਲੱਗੇ ਆਪਾਂ ਉਵੇਂ ਹੀ ਕਰ ਸਕਦੇ ਹਾਂ ਹੁਣ ਦੇਖੋ ਜਿਹੜੀ ਰੂਟ ਮੀਨ ਸਕੁਅਰ ਵੈਲੋਸਿਟੀ ਹੈ ਉਹ ਆਪਾਂ ਕਿਵੇਂ ਕੈਲਕੂਲੇਟ ਕਰਾਂਗੇ ਬੱਚੇ ਸੋ u rms ਦਾ ਫਾਰਮੂਲਾ ਆਪਾਂ ਨੇ ਕੀ ਕੀਤਾ ਸੀ n1 into u1 ਦਾ ਸਕੁਆਇਰ ਪਲੱਸ n2 into u2 ਦਾ ਸਕੁਆਇਰ ਪਲੱਸ n3 into u3 ਦਾ ਸਕੁਆਇਰ upon n1 plus n2 plus n3 ਸੋ ਦੇਖੋ ਧਿਆਨ ਨਾਲ ਦੇਖੋ ਆਪਾਂ ਨੇ ਦੋ ਵਰਡ ਇਨਕਲੂਡ ਕਰ ਲਏ ਮੀਨ ਵੀ ਇਨਕਲੂਡ ਕਰ ਲਿਆ ਸਕੁਆਇਰ ਵੀ ਇਨਕਲੂਡ ਕਰ ਲਿਆ तीजा केड़ा रहेगा रूट सो सारे दा अंडर रूट ठीक है ਤੁਸੀਂ ਵੈਲਿਊ ਕੈਲਕੂਲੇਟ ਕਰੋਗੇ ਤਾਂ ਇਹ ਵੈਲਿਊ 4.3 ਤੋਂ ਜ਼ਿਆਦਾ ਆਊਗੀ ਆਪਾਂ ਨੇ ਕਿਹਾ ਸੀ ਨਾ ਕਿ URMS ਸਭ ਤੋਂ ਜ਼ਿਆਦਾ ਹੁੰਦੀ ਹੈ ਇਹ 4.3 ਤੋਂ ਵੱਧ ਆਊਗੀ ਇਹੀ ਤਰੀਕੇ ਹੁੰਦੇ ਨੇ ਬੱਚੇ ਆਪਣੀਆਂ ਕੈਲਕੂਲੇਸ਼ਨਸ ਨੂੰ ਚੈੱਕ ਕਰਨ ਦੇ ਠੀਕ ਹੈ ਨਾ ਜੇ ਸਪੋਜ਼ ਤੁਹਾਡੀ ਇਹ ਵਾਲੀ ਵੈਲਿਊ 4.3 ਤੋਂ ਘੱਟ ਆ ਗਈ ਤਾਂ ਇਟ ਮੀਨਸ ਆਪਾਂ ਨੇ ਜਾਂ ਤਾਂ ਆ ਗਲਤ ਕੀਤਾ ਜਾਂ ਆ ਗਲਤ ਕੀਤਾ ਠੀਕ ਹੈ ਸੋ ਹੁਣ ਦੇਖੋ ਸੋ ਮੈਂ ਵੈਲਿਊਜ਼ ਪੁੱਟ ਕਰ ਰਹੇ ਹਾਂ u1 कितना बचे 5 5 का स्क्वायर कितना होया 25 25 into 4 is 100 हो गया हाँ जी u2 कितना अपने को ले 3 3 का स्क्वायर is 9 9 into 10 is 90 plus n3 into u3 का स्क्वायर u3 कितना है 6 6 का स्क्वायर is 36 36 into 6 कितना होता है I think 196 so 36 into 6 6 6 का 36 3 नहीं 216 so this is 216 upon same 20
जिन्ना भी इसको सॉल्व करके आ गया उस सारे का अंडर रूट। क्लियर? सो दिस इज योर URMS बचे। क्लियर? हुन दूसरा वे URMS ਨੂੰ ਸੋਲਵ ਕਰਨ ਦਾ। ਸੋ ਦੇਖੋ ਇੱਧਰ ਧਿਆਨ ਨਾਲ। ਸੋ ਮੈਂ URMS ਨੂੰ ਐਦਾਂ ਵੀ ਕੈਲਕੂਲੇਟ ਕਰ ਸਕਦਾ ਸੀ। ਸੋ ਦੇਖੋ ਇਹਦੇ ਆਪਣੀ ਰੇਸ਼ੀਓਜ਼ ਕੀ ਕਹਿੰਦੀਆਂ ਨੇ ਕਿ U ਐਵਰੇਜ ਬਟਾ URMS is equal to 1.128 अपॉन 1.224। ठीक है? सो देखो ਆਪਾਂ ਨੇ U एवरेज बच्चे इथे कैलकुलेट कर दी, इथे पुट करो 4.3 ਤੇ ਆਪਣੇ ਕੋਲ URMS ਆ ਗਈ। ठीक है? सो ਆਪਾਂ सो एक मिनट रुक। सो अपने को U एवरेज कैलकुलेट हुई भी है राजे। ठीक है? सो U एवरेज की वैल्यू मैं 4.3 इथे पुट की। URMS मैं कैलकुलेट करनी है 1.128 अपॉन 1.224। हो गया बच्चे क्वेश्चन। ठीक है? सो अपन एनी लंबी चौड़ी कैलकुलेशन करने की जरूरत नहीं। ठीक है? हुन देखो जेड़ा U मोस्ट प्रोबेबल है ਉਹਦੇ ਲਈ ਆਪਾਂ ਇਦਾਂ ਦਾ ਫਾਰਮੂਲਾ ਕਰ ਦੇਈਏ। ठीक है ना? सो U मोस्ट प्रोबेबल ਆਪਾਂ ਨੂੰ ਰੇਸ਼ੋ ਨਾਲ ਹੀ ਕੈਲਕੂਲੇਟ ਕਰਨੀ ਪਊਗੀ। ਬਾਕੀ ਦੋਨੋਂ ਆਪਾਂ ਨੇ ਕੈਲਕੂਲੇਟ ਕਰ ਲਿਆ। ਜਿਹੜਾ ਮਰਜ਼ੀ ਫਾਰਮੂਲਾ ਲਗਾ ਦਿਓ। ਆਪਾਂ ਲਿਖਾਂਗੇ U मोस्ट प्रोबेबल अपॉन U एवरेज is equal to 1 upon 1.128। सो U एवरेज ਤੁਹਾਨੂੰ ਪता ਕਿੰਨੀ ਹੈ? ठीक है? मोस्ट प्रोबेबल कैलकुलेट कर लो। सो दिस इंप्लाइज U मोस्ट प्रोबेबल अपॉन 4.3 इज इक्वल टू, इधर चला जाऊंगा, चलो आप डायरेक्ट ले ही जाने हैं अंदर। सो इज इक्वल टू 4.3 अपॉन 1.128 एंड आंसर। सो जितना भी सॉल्व करके आ गया बच्चे दैट इज योर U मोस्ट प्रोबेबल। फाइन, आई होप दिस इज इजी। ठीक है? हम आप ही कर सकते हैं। ठीक है ना? फाइन। सो लेट्स मूव ऑन टू द नेक्स्ट क्वेश्चन नाउ। सो जी एग्जांपल नंबर 43 देखो। कैलकुलेट द रूट मीन स्क्वायर स्पीड ऑफ मीथेन मॉलिक्यूल्स एट 27 डिग्री सेंटीग्रेड। सो देखो जी हुन मतलब क्वेश्चन च फॉर्मूला देखो डायरेक्ट लगूगा बट एक दो ट्रिक्स ने वो ध्यान नाल सुन लो। देखो सो क्वेश्चन सेज कैलकुलेट द रूट मीन स्क्वायर स्पीड। सो बच्चे URMS तुसी कढनी है फॉर मीथेन मॉलिक्यूल्स दी एट अ टेंपरेचर ऑफ 27 डिग्री सेंटीग्रेड। सो बच्चे टेंपरेचर सोनू गिवन है 27 डिग्री सेंटीग्रेड। सो क्वेश्चन सीम्स टू बी वेरी इजी बट एक दो ट्रिक्स ਇਹਦੇ ਵਿੱਚ ਹੈਗੀਆਂ ਨੇ है ना। की ट्रिक्स है बच्चे देखो URMS ਦਾ ਆਪਣਾ ਫਾਰਮੂਲਾ ਕੀ ਹੁੰਦਾ ਹੈ √3RT/m। ਤਾਂ ਹੁਣ ਬੱਚਿਆਂ ਨੂੰ ਇਹ ਚੀਜ਼ ਬਹੁਤ ਸਿੰਪਲ ਲੱਗਦੀ ਹੈ ਕਿ ਟੈਂਪਰੇਚਰ ਆਪਾਂ ਨੂੰ ਗਿਵਨ ਹੈ 300 ਕੈਲਵਿਨ, ਮੋਲੀਕੂਲਰ ਮਾਸ मीथेन ਦਾ ਕਿੰਨਾ ਆ ਗਿਆ 12 ਤੇ 4 16। ठीक है? R ਦੀ ਵੈਲਿਊ ਆਪਾਂ ਨੂੰ ਪਤਾ ਹੀ ਹੈ ਬੱਚੇ। ठीक है? सो ਆਪਾਂ ਈਜ਼ੀਲੀ ਕੈਲਕੂਲੇਟ ਕਰ ਸਕਦੇ ਹਾਂ ਬਟ ਯੈਸ ਦੋ ਤਿੰਨ ਚੀਜ਼ਾਂ ਇਨਵੋਲਵਡ ਹੈ ਇਹਦੇ ਵਿੱਚ। ਦੇਖੋ ਕੀ। सो बच्चे ध्यान में देखो 3 इंटू जे मैं R पुट करदा है 8.314 तो ਇਹਦੇ यूनिट्स की ने जूल्स SI यूनिट्स। चलो टेंपरेचर का कोई रौला नहीं 27 डिग्री सेंटीग्रेड 273 ऐड करता कितना हो गया 300 केल्विन। सो ये 300 है। हाँ जी मोलर मास बच्चे मैं कितना पुट करूंगा मीथेन का 16। ਹੁਣ ਇਹਦੇ ਵਿੱਚ ਪ੍ਰੋਬਲਮ ਕੀ ਹੈ ਦੇਖੋ ਨਾ ਇਧਰ ਦੇਖੋ ਜ਼ਰਾ ਇਹ ਗ੍ਰਾਮ ਦੇ ਵਿੱਚ ਹੈ ਯਾਨੀ ਕਿ CGS ਯੂਨਿਟਸ, ਇਹ ਜੂਲ ਦੇ ਵਿੱਚ ਹੈ ਯਾਨੀ ਕਿ SI ਯੂਨਿਟਸ। ਇਹਦਾ ਤਾਂ ਕੋਈ ਚੱਕਰ ਨਹੀਂ ਇਹਦਾ ਟੈਂਪਰੇਚਰ ਦਾ ਤਾਂ ਹਨਾ। ਸੋ ਜਾਂ ਤਾਂ ਇਹਨੂੰ 1000 ਨਾਲ ਡਿਵਾਈਡ ਕਰਕੇ ਕਿਲੋਗ੍ਰਾਮ ਬਣਾ ਲਓ
ताकि ये भी ऐसा ही हो जाए। या फिर जूल नो, हाँ जी, एक जूल च कितने अर्ग्स होंगे बच्चे सीजीएस यूनिट्स। सो इन सीजीएस 1 जूल इज इक्वल टू 10 की पावर 7 अर्ग्स। ठीक है, सो ਆਪਾਂ ਇਸ ਨੂੰ ਮਲਟੀਪਲਾਈ ਕਰ ਦਾਂਗੇ 10 ਦੀ ਪਾਵਰ 7 ਨਾਲ। ਹੁਣ ਇਹਦੇ ਵਿੱਚ ਵੀ ਟ੍ਰਿਕ ਹੈ ਬੱਚੇ, ਧਿਆਨ ਨਾਲ। ਹੁਣ ਇਸ ਦੇ ਵਿੱਚ ਵੀ ਟ੍ਰਿਕ ਹੈ ਬੱਚੇ। ਸੋ ਦੇਖੋ ਹੁਣ ਇਸ ਦੇ ਵਿੱਚ ਆਪਣੇ ਕੋਲ ਕੀ ਟ੍ਰਿਕ ਇਨਵੋਲਵਡ ਹੈ, ਧਿਆਨ ਨਾਲ ਸੁਣੋ। ਹੁਣ ਮੈਂ ਇਸ ਨੂੰ ਅਰਗ ਚ ਕਨਵਰਟ ਕਰ ਲਿਆ ਤਾਂ ਮੇਰੇ ਕੋਲ ਵੈਲੋਸਿਟੀ ਦੇ ਯੂਨਿਟਸ ਕੀ ਆਣਗੇ, ਸੈਂਟੀਮੀਟਰਸ ਪਰ ਸੈਕਿੰਡ। ਸਮਝ ਗਏ ਨਾ। ਜੇ ਮੈਂ ਇਸ ਨੂੰ 1000 ਨਾਲ ਡਿਵਾਈਡ ਕਰਕੇ ਕਿਲੋਗ੍ਰਾਮ ਚ ਕਨਵਰਟ ਕਰਦਾ ਫਿਰ ਮੇਰੇ ਕੋਲ ਵੈਲੋਸਿਟੀ ਦੇ ਯੂਨਿਟਸ ਆਂਦੇ ਮੀਟਰਸ ਪਰ ਸੈਕਿੰਡ। ਸਮਝ ਗਏ ਨਾ। ਸੋ ਹੁਣ ਇਸ ਨੂੰ ਸੋਲਵ ਕਰਕੇ ਆਪਣੇ ਕੋਲ ਜਿੰਨੀ ਵੀ ਵੈਲੋਸਿਟੀ ਆ ਜਾਊਗੀ, so that will be your velocity in centimeters per second। क्योंकि मैं सारे CGS यूनिट बना ले, इसको मैं अर्ग बना लिया तो इसको अपन ने ग्राम च रखा है। ठीक है, सो ध्यान च रखना है। अगर मैं इसको 1000 नाल डिवाइड करके बनाऊंगा 0.016 तो अपना आंसर आएगा मीटर्स पर सेकंड। आंसर सेम ही आऊगा जो भी आऊगा। क्लियर है। अच्छा, जे अपन मीटर्स पर सेकंड पूछिया ਇੱਥੇ ਕੰਫਿਊਜ਼ ਹੋਣ ਦੀ ਲੋੜ ਨਹੀਂ, ਜਿਹੜਾ ਸਿਸਟਮ ਤੁਹਾਨੂੰ ਸੌਖਾ ਲੱਗਦਾ ਉਵੇਂ ਕਰ ਲਓ, ਐਂਡ ਤੇ ਕਨਵਰਟ ਕਰ ਲਾਂਗੇ। ਹੁਣ ਦੇਖੋ ਜੇ ਆਪਾਂ ਨੂੰ ਆਨਸਰ ਪੁੱਛਿਆ ਹੁੰਦਾ ਮੀਟਰਸ ਪਰ ਸੈਕਿੰਡ ਚ ਆਪਾਂ ਇਹਨੂੰ 100 ਨਾਲ ਡਿਵਾਈਡ ਕਰ ਲਾਂਗੇ। ਸਮਝ ਗਏ ਨਾ। ਸੋ ਉਹ ਚੀਜ਼ ਈਜ਼ੀ ਹੈ। ਕਲੀਅਰ। ਸੋ ਐਦਾਂ ਦੀ ਇੱਕ ਸੇਮ ਕੁਐਸਚਨ ਹੋਰ ਕਰਵਾਉਣਾ ਤੁਹਾਨੂੰ। ਹੈਵ ਅ ਲੁੱਕ ਐਟ ਐਗਜ਼ਾਮਪਲ ਨੰਬਰ 45। ਤਾਂ ਇਹ ਕੀ ਕਹਿ ਰਹੇ ਨੇ, the average velocity of gas molecules is 400 meters per second। so देखो बच्चे, example number 45 says कि the average velocity of कोई भी गैस है उसकी हैगी है 4 meters per second। calculate the RMS velocity। done। सो ਹੁਣ ਆਪਾਂ ਉੱਥੇ ਰੇਸ਼ੋ ਵਾਲਾ ਫਾਰਮੂਲਾ ਲਗਾਵਾਂਗੇ। ਆਪਾਂ ਨੂੰ ਦੇਖੋ ਬੱਚੇ, ਤੁਸੀਂ ਬੁੱਕਸ ਚੋਂ ਇਹ ਕੁਐਸਚਨ ਕਰੋਗੇ ਨਾ ਤਾਂ ਬੁੱਕ ਵਾਲੇ ਕੀ ਕਰਨਗੇ, u ਐਵਰੇਜ ਦਾ ਫਾਰਮੂਲਾ, ਸੌਰੀ u RMS ਦਾ ਫਾਰਮੂਲਾ ਆਵਲਾ ਲੈਣਗੇ √3/r/m। ਦੇਖੋ ਬੁక్స్ ਦੇ ਵਿੱਚ ਤੁਹਾਨੂੰ ਮਿਲੂਗਾ u average is equal to √8/pi RT/m ਤੇ u RMS ਦਾ ਮਿਲੂਗਾ √3RT/m। ਫਿਰ ਉਹ ਕੀ ਕਰਨਗੇ, ਇਹਨਾਂ ਦੋਨਾਂ ਨੂੰ ਆਪਸ ਚ ਕਰਨਗੇ ਡਿਵਾਈਡ, ਇੱਥੋਂ ਸੋਲਵ ਕਰਨਗੇ, ਜਿਹੜੀ ਵੈਲਿਊ ਆ ਜਾਊਗੀ ਫਿਰ ਇੱਕ ਦੀ ਵੈਲਿਊ ਪੁੱਟ ਕਰਕੇ ਆਨਸਰ ਕਰ ਦੇਣਗੇ, ਜਦਕਿ ਉਹ ਰੇਸ਼ੋ ਮੈਂ ਤੁਹਾਨੂੰ ਆਲਰੇਡੀ ਕੈਲਕੂਲੇਟ ਕਰਕੇ ਦੇਤੀ। समझ गए ना। सो अपन ये कंफ्यूज नहीं होना, अपन डायरेक्टली अपना फॉर्मूला लगाना है केड़ा कि u एवरेज अपॉन u RMS इज इक्वल टू कितनी सी वैल्यू 1.128 अपॉन 1.224। ठीक है, u एवरेज अपन को गिवन है 400, u RMS आपा कैलकुलेट करनी है 1.128 अपॉन 1.224। आंसर आ गया बच्चे। ठीक है ना। सो इथों ਆਪਾਂ URMS ਦੀ ਵੈਲਿਊ ਕੈਲਕੂਲੇਟ ਕਰ ਲਾਂਗੇ ਇਨ ਮੀਟਰਸ ਪਰ ਸੈਕਿੰਡ, ਕਿਉਂਕਿ ਆਪਾਂ ਨੂੰ U ਐਵਰੇਜ ਵੀ ਮੀਟਰਸ ਪਰ ਸੈਕਿੰਡ ਚ ਗਿਵਨ ਹੈ। ਠੀਕ ਹੈ, ਸੋ ਇਦਾਂ ਦੇ ਕੁਐਸਚਨਸ ਆਣਗੇ ਰਿਲੇਟਡ ਟੂ ਆਪਣੀਆਂ ਵੈਲੋਸਿਟੀਜ਼। ਠੀਕ ਹੈ, ਨਾਓ ਵੀ ਸ਼ੈਲ ਮੂਵ ਔਨ ਟੂ ਦ last question for today। so bachche, now come on to example number 44। देखो हुन मैं ਇੱਥੇ ਇਹ ਉਹ numerical ਹੈ, ਧਿਆਨ ਨਾਲ ਸੁਣੋ। ਮੈਂ ਤੁਹਾਨੂੰ ਕੀ ਕਿਹਾ ਸੀ ਕਿ ਆਪਣੇ ਕੋਲ ਅਗਰ ਆਪਾਂ ਨਾਰਮਲ ਕੰਡੀਸ਼ਨਸ ਲਈਏ, ਮਤਲਬ ਜਿੱਥੇ ਆਪਾਂ ਰਹਿ ਰਹੇ ਹਾਂ, ਦੇਖੋ ਕਿ ਸਪੋਜ਼ ਆ ਇੱਕ ਰੂਮ ਹੈ ਹਨਾ, ਵੀ ਗੈਸ ਮੋਲੀਕਿਊਲਸ ਦੇ ਵਿਚਕਾਰ ਵੈਰੀ ਵੀਕ ਫੋਰਸਸ ਆਫ ਅਟਰੈਕਸ਼ਨ ਹੋਣ ਕਰਕੇ ਉਹ ਇੱਕ ਦੂਸਰੇ ਤੋਂ ਬਹੁਤ ਦੂਰ ਰਹਿੰਦੇ ਆ। ਤੇ ਜੇ ਆਪਾਂ ਗੈਸ ਦੀ ਐਕਚੁਅਲ ਵੋਲਿਊਮ ਲਈਏ, ਦੇਖੋ ਜਿਵੇਂ ਸਪੋਜ਼ ਜਿਹੜੇ ਵੀ ਰੂਮ 'ਚ ਬੱਚੇ ਆਪਾਂ ਬੈਠੇ ਆ, ਜੇ ਆਪਾਂ ਨੂੰ ਕੋਈ ਪੁੱਛੇ ਵੀ ਇੱਥੇ 에ਅਰ ਦੀ ਵੋਲਿਊਮ ਕਿੰਨੀ ਹੈ, ਆਪਾਂ ਕੀ ਕਵਾਂਗੇ, ਜਿੰਨੀ ਰੂਮ ਦੀ ਵੋਲਿਊਮ ਹੈ, ਇਹੋ ਕਵਾਂਗੇ ਨਾ। ਤਾਂ ਹੁਣ ਜੇ ਮੈਂ ਤੁਹਾਨੂੰ ਪੁੱਛਾਂ ਕਿ ਆਹ ਗੈਸ ਮੋਲੀਕਿਊਲਸ ਦੀ ਵੋਲਿਊਮ ਕਿੰਨੀ ਹੈ, ਤੁਸੀਂ ਕੀ ਕਹੋਗੇ, ਸਰ ਲੈਂਥ ਇਨਟੂ ਬ੍ਰੈਡਥ ਇਨਟੂ ਜੋ ਵੀ ਇਹਦੀ ਹਾਈਟ ਹੈ। ਠੀਕ ਹੈ ਨਾ, ਲੈਂਥ ਇਨਟੂ ਬ੍ਰੈਡਥ ਇਨਟੂ ਹਾਈਟ।
ਤਾਂ ਉਹਦੀ ਵੋਲਿਊਮ ਆ ਜਾਊਗੀ ਬਟ ਉਹ ਠੀਕ ਹੈ ਕਿ ਗੈਸ ਦੀ ਵੋਲਿਊਮ ਹੈ ਜੇ ਹੁਣ ਸਭ ਨੂੰ ਪੁੱਛਾਂ ਕਿ ਗੈਸ ਦੇ ਮੋਲੀਕਿਊਲਸ ਦੀ ਐਕਚੁਅਲ ਵੋਲਿਊਮ ਕੀ ਹੈ 1 2 3 4 5 6 ਤਾਂ ਐਕਚੁਅਲ ਵੋਲਿਊਮ ਤਾਂ ਬਸ ਬੱਚੇ ਇਹਨਾਂ ਦੀ ਇੰਨੀ ਬਣੀ ਦੈਟਸ ਇਟ ਪੱਲੇ ਪਈ ਗੱਲ ਕਿ ਨਹੀਂ ਗੈਸ ਦੇ ਮੋਲੀਕਿਊਲਸ ਦੀ ਆਪਦੀ ਵੋਲਿਊਮ ਤਾਂ ਇੰਨੀ ਹੀ ਬਣੀ ਨਾ ਆਹ ਦਾ ਟੋਟਲ ਵੋਲਿਊਮ ਹੈ ਜਿਹੜੀ ਉਹਨਾਂ ਨੇ ਆਕਿਊਪਾਈ ਕਰ ਰੱਖੀ ਹੈ ਕਿਉਂਕਿ ਉਹ ਅਲੱਗ-ਅਲੱਗ ਜਗ੍ਹਾ ਤੇ ਦੂਰ-ਦੂਰ ਨੇ ਸਮਝ ਗਏ ਨਾ ਜੇ ਮੈਂ ਇਹਨਾਂ ਨੂੰ ਠੰਡਾ ਕਰਕੇ ਪਹਿਲਾਂ ਲਿਕੁਇਡ ਬਣਾ ਲਾਂ ਫਿਰ ਸੋਲਿਡ ਬਣਾ ਲਾਂ ਤਾਂ ਉਹ ਇੰਨਾ ਬਣ ਜਾਣਗੇ ਠੀਕ ਹੈ ਤੇ ਜਿਹੜੀ ਆਹ ਵੋਲਿਊਮ ਹੁੰਦੀ ਹੈ ਇਹ ਐਕਚੁਅਲ ਵੋਲਿਊਮ ਦੇ ਮੁਕਾਬਲੇ ਬਹੁਤ ਘੱਟ ਹੁੰਦੀ ਹੈ ਜੇ ਸਪੋਜ਼ ਤੁਹਾਡੇ ਰੂਮ ਦੀ ਵੋਲਿਊਮ 100 मीटर क्यूब लीटर कुछ मर्जी यूनिट्स मान लो आप लीटर मान लिया ठीक है मीटर क्यूब मान लो चलो 100 मीटर क्यूब है तो आ सिर्फ कितनी होती है 0.1 मीटर क्यूब ठीक है यानी कि 99.9% ऑफ द स्पेस ਤਾਂ ਰਜੇ ਹਵਾ ਦੇ ਵਿੱਚ ਕੀ ਹੁੰਦੀ ਹੈ ਐਮਪਟੀ ਰੂਮ ਦੇ ਵਿੱਚ ਕੀ ਹੁੰਦੀ ਹੈ ਐਮਪਟੀ ਕਿਉਂਕਿ ਗੈਸ ਦੇ ਮੋਲੀਕਿਊਲਸ ਇੰਨੀ ਦੂਰ ਹੁੰਦੇ ਨੇ ਇੱਕ ਦੂਸਰੇ ਤੋਂ ਠੀਕ ਹੈ ਨਾ ਤਾਂ ਹੁਣ ਉਹੀ ਚੀਜ਼ ਆਪਾਂ ਨਿਊਮੈਰੀਕਲੀ ਪ੍ਰੂਵ ਕਰ ਰਹੇ ਹਾਂ ਇਸ ਨਿਊਮੈਰੀਕਲ ਦੇ ਥਰੂ ਠੀਕ ਹੈ ਨਾ ਕਿਉਂਕਿ ਇਹ ਵੀ ਇੱਕ ਕਾਈਨੈਟਿਕ ਮੋਲੀਕੂਲਰ ਥਿਉਰੀ ਦਾ ਪੁਆਇੰਟ ਹੈ ਇਸੇ ਕਰਕੇ ਆਪਾਂ ਕਹਿੰਦੇ ਹੁੰਦੇ ਹਾਂ ਕਿ ਕਾਈਨੈਟਿਕ ਮੋਲੀਕੂਲਰ ਥਿਉਰੀ ਕੀ ਕਹਿੰਦੀ ਹੈ ਕਿ ਐਕਚੁਅਲ ਵੋਲਿਊਮ ਆਫ ਦ ਗੈਸ ਮੋਲੀਕੂਲ ਇਜ਼ ਨੈਗਲੀਜੀਬਲ as compared to the total volume of the container ठीक है so देखो बच्चे now the question says nitrogen molecule has a radius of 0.2 nanometers so देखो बच्चे वो कहते कि जो नाइट्रोजन मॉलिक्यूल है उसकी जो रेडियस है that is 0.2 nanometers ठीक है assuming it is spherical calculate the volume of a single molecule वो कहते कि नाइट्रोजन दे मॉलिक्यूल दी वॉल्यूम कैलकुलेट करो the percentage of empty space in 1 mole of nitrogen gas तो कहते भी कितनी खाली स्पेस है 1 मोल दी वो कैलकुलेट करो ठीक है so परसेंटेज ऑफ एम्प्टी स्पेस ਤੇ ਆਪਾਂ ਬਾਅਦ ਚੱਲਦੇ ਹਾਂ ਪਹਿਲਾਂ ਆਪਾਂ ਐਸੇ ਦੀ ਵੋਲਿਊਮ ਕੈਲਕੂਲੇਟ ਕਰਦੇ ਹਾਂ ਵੋਲਿਊਮ ਦਾ ਫਾਰਮੂਲਾ ਫॉर अ स्फीयर ਕੀ ਹੁੰਦਾ ਬੱਚੇ 4/3 pi r cube clear done so मैं वैल्यूज पुट कर रहे हैं 4/3 into 3.14 into हाँ जी बच्चे r कितना है 0.2 नैनोमीटर्स so 0.2 into 10 ਦੀ ਪਾਵਰ -9 एक ही आ गया बच्चे क्यूब करके हुन मेरे को जी वॉल्यूम आ जाएगी वो मीटर क्यूब च आ जाएगी ठीक है ना सो आप इसका आंसर एक बारी बुक तो नोट डाउन कर लेते हैं क्योंकि न्यूमेरिकल मैं आपको पूरा सॉल्व करवाना चाहता है ठीक है ना चलो बुक वाले सॉल्व कर रहे हैं बच्चे सेंटीमीटर क्यूब च ठीक है ना आप सेंटीमीटर क्यूब च ही चलते हैं फिर बुक के अकॉर्डिंग सो इत्थे लगा लो 10 की पावर -7 ठीक है ना so they say 3.35 into 3.35 into 10 की पावर -23 10 की पावर -23 सेंटीमीटर क्यूब सो बच्चे एक मॉलिक्यूल की वॉल्यूम आ गई मेरी गल समझ आई कि नहीं एक मॉलिक्यूल की वॉल्यूम आ गई ਤੁਹਾਡੇ ਕੋਲੇ ਹੁਣ मैं एक मोल दी एक्चुअल वॉल्यूम कढूंगा सो देखो वॉल्यूम ऑफ 1 मोल ऑफ नाइट्रोजन मॉलिक्यूल्स ठीक है कितनी वॉल्यूम है 3.35 into 10 की पावर -23 into ये तो एक मॉलिक्यूल दी है एक मोल च कितने मॉलिक्यूल्स होंगे ने 6.02 into 10 की पावर 23 ठीक है सो एक मोल दी वॉल्यूम आ जाएगी ये आप अगेन बुक तो नोट डाउन कर लेने हैं ये अपने को आ गई बच्चे 20.17 सेंटीमीटर क्यूब सो दिस इज 20.17 सेंटीमीटर क्यूब बच्चे ठीक है हो गया
सो ये अपने कोल एक्चुअल वॉल्यूम आ गई है ना। हुण आपां कहंदे हुंदे भी टोटल वॉल्यूम कितनी हुंदी है इंक्लूडिंग द एम्प्टी स्पेसेस। सो आपां की कहंदे हुंदे हैं टोटल वॉल्यूम occupied by 1 mole of a gas at STP कितनी हुंदी है बच्चे, 1 मोल दी वॉल्यूम कितनी हुंदी है 22.4 लीटर्स। 22.4 लीटर्स जिन्हों आपां कहंदे हुंदे हैं 22,400 मिलीलीटर या सेंटीमीटर क्यूब। क्लियर। सो एनी हुंदी है टोटल वॉल्यूम एम्प्टी स्पेसेस नु इंक्लूड करके। क्लियर। ते आ हैगी है एक्चुअल वॉल्यूम। देखो ਇਹਦੇ ਕਹਿਣ ਦਾ ਮਤਲਬ ਕੀ ਹੈ ਕਿ ਜੇ ਸਪੋਜ਼ ਆ ਆਪਣੇ ਕੋਲ ਕੰਟੇਨਰ ਹੈ ਤਾਂ ਇਹ 1 ਮੋਲ ਦੀ ਵੋਲਿਊਮ ਹੈ ਟੋਟਲ ਕਿੰਨੀ 22.4 ਲੀਟਰਸ ਤੇ ਆ ਵਿੱਚ ਮੋਲੀਕਿਊਲਸ ਨੇ ਗੈਸ ਦੇ ਤੇ ਜੇ ਮੈਂ ਇਹਨਾਂ ਮੋਲੀਕਿਊਲਸ ਨੂੰ ਇਕੱਠੇ ਕਰ ਲਵਾਂ ਤਾਂ ਸਿਰਫ ਮੋਲੀਕਿਊਲਸ ਦੀ ਵੋਲਿਊਮ ਕਿੰਨੀ ਹੈ ओनली एन। ठीक है। सो हाँ जी सो हुण मैं करूंगा कि परसेंटेज ऑफ वॉल्यूम ऑक्यूपाइड बाय द गैस कितनी जिन्नी ओदी आपकी वॉल्यूम है 20.17 अपॉन टोटल वॉल्यूम कितनी है 22,400 into 100 ये कट गया। सो अपने को आ गया 20.17 upon 224 दिस इज अप्रोक्सीमेटली इक्वल टू 0.1%। ठीक है। तो अपन क्वेश्चन की पूछे है परसेंटेज ऑफ एम्प्टी स्पेस। सो परसेंटेज ऑफ एम्प्टी स्पेस कितनी होगी बच्चे 100 चो 0.1 माइनस कर दो। सो 99.9% ऑफ द स्पेस रिमेन्स एम्प्टी बच्चे। क्लियर। सो आई होप ये क्वेश्चन समझ आ गए बच्चे इजी। ठीक है। सो हुण तुसी पहला ये वाले क्वेश्चंस बच्चे कवर कर लेने हैं। ठीक है। अपना गैसियस स्टेट चो सिर्फ एक टॉपिक बच गया। ठीक है। वो केड़ा टॉपिक है आपने आइडियल गैस इक्वेशन की। ठीक है। ਉਹਦੇ ਵਿੱਚ ਆਪਾਂ ਨੇ लॉज ਕੀਤੇ। ठीक है। फिर आपने काइनेटिक मॉलिक्यूलर थ्योरी की। ठीक है ना। ਤੇ ਕਾਈਨੈਟਿਕ ਮੋਲੀਕੂਲਰ ਥਿਊਰੀ ਚ ਆਪਾਂ ਨੇ ਦੋ ਰੋਂਗ ਪੁਆਇੰਟਸ ਕੀਤੇ ਸੀ। ਹੁਣ ਆਪਾਂ ਨੇ ਜਿਹੜੇ ਦੋ ਰੋਂਗ ਪੁਆਇੰਟਸ ਕੀਤੇ ਸੀ ਕਿਹੜੇ ਸੀ ਦੋ ਰੋਂਗ ਪੁਆਇੰਟਸ ਇੱਕ ਤਾਂ ਐਕਚੁਅਲ ਵੋਲਿਊਮ ਆਫ ਦ ਗੈਸ ਮੋਲੀਕਿਊਲਸ ਇਜ਼ ਨੈਗਲੀਜੀਬਲ ਐਸ ਕੰਪੇਅਰਡ ਟੂ ਦ ਟੋਟਲ ਵੋਲਿਊਮ। ਦੂਸਰਾ देयर आर नो फोर्सेस ऑफ अट्रैक्शन बिटवीन द गैस मॉलिक्यूल्स। सो ਜਿਹੜੇ ਦੋ ਰੋਂਗ ਪੁਆਇੰਟਸ ਸੀ ਇਹਨਾਂ ਨੂੰ ਆਪਾਂ ਕਰੈਕਟ ਕਰਾਂਗੇ ਬੱਚੇ। ਬਸ ਸਿਰਫ ਇੱਕ ਟੌਪਿਕ ਰਹਿ ਗਿਆ ਗੈਸੀਅਸ ਸਟੇਟ ਉਸ ਤੋਂ ਬਾਅਦ ਖਤਮ ਹੋ ਜਾਊਗਾ। आई थिंक इस टॉपिक ਨੂੰ ਕਰਵਾਉਣ ਤੇ ਮੈਨੂੰ 2 ਜਾਂ 3 ਲੈਕਚਰਸ ਲੱਗਣਗੇ। ਠੀਕ ਹੈ। ਇੱਕ ਲੈਕਚਰ ਆਪਾਂ ਨੂੰ ਲਿਕੁਇਡ ਸਟੇਟ ਤੇ ਲੱਗੂਗਾ। ਠੀਕ ਹੈ। ਸੋ ਵਿਦ ਇਨ 3 और 4 ਲੈਕਚਰਸ ਆਪਣਾ स्टेट्स ऑफ मैटर भी फिनिश हो जाएगा यानी कि होपफुली मान के चलो विद इन द मंथ ऑफ अगस्त या सितंबर स्टार्ट। ठीक है। सो ये बच्चे न्यूमेरिकल्स तुसी पहला जिहड़े मैं बोर्ड ते करवाते ये सॉल्व करने हैं। ठीक है। फिर जिहड़े प्रैक्टिस क्वेश्चंस है वो सॉल्व करने हैं। ठीक है ना। जिहड़ा तुसी अज दा होमवर्क मैनू सेंड करोगे उस दे विच मैं सारे देखने हैं ये वाले भी ते प्लस प्रैक्टिस क्वेश्चंस भी ऑल शुड बी सॉल्व्ड इन योर नोटबुक। सारे दियां पिक्स क्लिक करके मैनू सेंड करनी है। ठीक है। डन। सो कीप स्टडिंग कीप रिवाइजिंग एंड टेक वेरी गुड केयर ऑफ योर हेल्थ। थैंक्स अ लॉट बच्चे।